ओम शांति सत श्री अकाल सतगुरु करता पुरख 'ਚ ਅੱਜ ਫਿਰ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਫਿਰ ਅਸੀਂ ਕੁਝ ਪ੍ਰਸ਼ਨ ਹੈ ਜਿਹੜੇ ਤੁਸੀਂ ਹੀ ਸਾਨੂੰ ਭੇਜਦੇ ਔਰ ਕੁਝ ਪ੍ਰਸ਼ਨ ਸਾਡੇ ਜਿਹੜੇ ਜੀਵਨ 'ਚ ਆਉਂਦੇ ਉਹ ਵੀ ਅਸੀਂ ਆਪਣੇ ਭਾਈ ਸਾਹਿਬ ਨਿਰਵੈਰ ਭਾਈ ਸਾਹਿਬ ਦੇ ਨਾਲ ਤੇ ਕਰਦੇ ਹਾਂ ਉਹ ਸਾਨੂੰ ਉਹਦਾ ਉੱਤਰ ਦਿੰਦੇ ਹਾਂ। ਆਈਏ ਸਤਿਗੁਰੂ ਕਰਤਾ ਪੁਰਖ 'ਚ ਅਸੀਂ ਸਵਾਗਤ ਕਰਦੇ ਹਾਂ ਨਿਰਵੈਰ ਭਾਈ ਸਾਹਿਬ ਦਾ। ਸਤਿਗੁਰੂ ਕਰਤਾ ਪੁਰਖ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ। बहुत बहुत धन्यवाद। ओम शांति सत श्री अकाल जी भाई साहब अज एक प्रश्न ये है कि बाप दादा चाहते या बोलते कारण तो निवारण च परिवर्तन करो ते कारण दा निवारण अर्थ मतलब कारण या फिर निवारण च परिवर्तन कद और किद्दां कर सकते असीं। ਇਹ ਆਪਸੀ ਰੋਜ਼ਮर्रा ਦੀ ਜੀਵਨ 'ਚ जी ਵਿਵਹਾਰਿਕ ਜੀਵਨ 'ਚ ਇਹ ਗੱਲਾਂ ਆਉਂਦੀਆਂ ਹੀ। ਕਦੀ ਤੁਸੀਂ ਕਿਸੇ ਨੂੰ ਟਾਈਮ ਦਿੱਤਾ जी ਔਰ ਉਹ ਟਾਈਮ ਤੇ ਨਹੀਂ ਪਹੁੰਚ ਸਕੇ, ਤੁਹਾਡਾ ਖਿਆਲ ਚਲੇਗਾ ਇਹ ਟਾਈਮ ਲਿਆ, ਇਤਨਾ ਸਾਡਾ ਅਮੁੱਲ ਸਮੇਂ ਲਿਆ ਔਰ ਇਹ ਅਜੇ ਤਾਈਂ ਆਏ ਨਹੀਂ, 5 ਮਿੰਟ 10 ਮਿੰਟ 15 ਮਿੰਟ ਲੇਟ ਪਹੁੰਚੇ। ਤੇ ਉਹਦਾ ਆਉਂਦਿਆਂ ਹੀ ਅਗਰ ਤੁਸੀਂ ਸਿੱਧਾ ਉਹਨੂੰ ਪੁੱਛਣਗੇ ਉਹ ਵੀ ਇਤਨਾ ਲੇਟ ਕਿਉਂ ਹੋ ਗਏ ਤੇ ਉਹਦਾ ਰਿਐਕਸ਼ਨ ਕੀ ਹੋਏਗਾ। ਔਰ ਉਹੀ ਅਗਰ ਤੁਸੀਂ ਉਸ ਵੇਲੇ ਇੱਕ ਪਹਿਲੇ ਤੋਂ ਸੋਚ ਲਓ ਵੀ ਕੋਈ ਤੇ ਕਾਰਨ ਹੋਏਗਾ। ਇਹ ਜ਼ਰੂਰੀ ਨਹੀਂ ਹੈ ਕਿ ਇਹਨਾਂ ਦੀ ਇਹ ਆਦਤ ਹੈ, ਇਹੋ ਜਿਹੀ ਹੈ, ਇਹ ਸੰਸਕਾਰ ਹੈ। ਇਸ ਦੁਨੀਆ 'ਚ ਕਲਯੁਗੀ ਦੁਨੀਆ 'ਚ ਕਦੀ ਸੜਕਾਂ 'ਤੇ ਬਹੁਤ ਭੀੜ ਹੁੰਦੀ ਹੈ, ਗੱਡੀ ਪਹੁੰਚ ਨਹੀਂ ਸਕਦੀ ਟਾਈਮ ਤੇ, ਔਰ ਕਦੀ ਅਚਾਨਕ ਕੋਈ ਘਟਨਾ ਘਟ ਜਾਂਦੀ ਹੈ। ਮੈਂ ਮਿਸਾਲ ਦੇ ਰਿਹਾ ਹਾਂ, ਅਸੀਂ ਅਹਿਮਦਾਬਾਦ ਤੋਂ ਆਬੂ ਰੋਡ ਆ ਰਹੇ ਸੀ जी ਔਰ ਜਦੋਂ ਚਲੇ ਤੇ ਅਸੀਂ ਬਿਲਕੁਲ ਸਵੇਰੇ ਸਵੇਰੇ ਚਲੇ ਨਾਸ਼ਤਾ ਕਰਕੇ 9 ਵਜੇ ਦੇ ਕਰੀਬ ਚਲੇ ਅਸੀਂ, ਚਲਦੇ ਚਲਦੇ ਲੇਕਿਨ ਮਹਿਸਾਣਾ ਤੋਂ ਬਾਅਦ जी ਬਹੁਤ ਗੱਡੀਆਂ ਮਿਲੀਆਂ ਸਾਨੂੰ, ਬਹੁਤ ਰਸ਼ ਔਰ ਬੜਾ ਆਹਿਸਤਾ 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 ਚੱਲ ਰਹੀਆਂ। ਤੇ ਮਹਿਸਾਣਾ ਤੋਂ ਬਾਅਦ ਇੱਕ ਉਮੀਆ ਮਾਤਾ ਦਾ ਸਥਾਨ ਆਉਂਦਾ ਹੈ अच्छा ਤੇ ਉੱਥੇ ਮੰਦਿਰ ਉਮੀਆ ਮਾਤਾ ਦਾ, ਉਹ ਮੰਦਿਰ ਦਾ ਕੋਈ ਵਿਸ਼ੇਸ਼ ਪ੍ਰੋਗਰਾਮ ਹੈਗਾ ਸੀ ਔਰ ਜੋ ਲੋਕ ਮਾਨਤਾ ਰੱਖਦੇ ਆ, ਖਾਸ ਕਰ ਗੁਜਰਾਤ ਦੇ ਭਾਈ ਭੈਣ ਇਹੋ ਜਿਹੇ ਪਟੇਲ ਜ਼ਾਤ ਦੇ ਖਾਸ ਪਟੇਲ ਲੋਕ जी ਤੇ ਉਹ ਆਪਣੀ ਬੜੀਆਂ ਅੱਛੀਆਂ ਕਾਰਾਂ ਲੈ ਕਰਕੇ ਔਰ चले ਉਂਝਾ ਆ ਰਹੇ ਸੀ। ਉਮੀਆ ਮਾਤਾ ਦਾ ਮੰਦਿਰ ਜਿਹੜਾ ਹੈ ਉਹ ਉਂਝਾ 'ਚ ਹੈਗਾ ਗੁਜਰਾਤ 'ਚ। जी ਔਰ ਕਈ ਸਾਰੇ ਸੇਵਾਦਾਰੀ ਵੀ ਦੇਖੇ, ਉਹ ਕਾਰਾਂ ਨੂੰ ਇੱਧਰ ਦੀ ਕੱਢੋ ਇਸ ਤਰ੍ਹਾਂ ਉਹ ਗਾਈਡ ਵੀ ਕਰ ਰਹੇ ਸੀ। जी ਲੇਕਿਨ ਇਤਨੀ ਜ਼ਿਆਦਾ ਸੰਖਿਆ ਸੀ ਕਿ ਸਪੀਡ 2 ਕਿਲੋਮੀਟਰ 5 ਕਿਲੋਮੀਟਰ ਤੋਂ ਜ਼ਿਆਦਾ ਘੰਟੇ ਦੀ ਇਹ ਤੋਂ ਜ਼ਿਆਦਾ ਹੋ ਹੀ ਨਹੀਂ ਸਕਦੀ ਸੀ।
ਤੇ ਉਸ ਵੇਲੇ ਕੀ ਕਰਨਾ ਚਾਹੀਦਾ? ਐਡਜਸਟ ਕਰਨਾ ਪੈਂਦਾ। ਜੀ ਬਿਲਕੁਲ। ਔਰ ਸਾਨੂੰ ਉਂਝਾ ਕ੍ਰਾਸ ਕਰਨ 'ਚ ਜਿੱਥੇ 10 ਮਿੰਟ ਲੱਗਣੇ ਚਾਹੀਦੇ ਆ, 1.5 ਘੰਟਾ 2 ਘੰਟੇ ਲੱਗ ਗਏ। ਨਾ ਤੇ ਕਿਸੇ ਨੂੰ ਤੁਸੀਂ ਕੁਝ ਕਹਿ ਸਕਦੇ ਹੋ, ਕਿਉਂਕਿ ਉਹ ਬੜੇ ਇੱਕ ਖੁਸ਼ੀ ਖੁਸ਼ੀ 'ਚ ਲੋਕ ਮੰਦਿਰ ਦੇ ਪ੍ਰੋਗਰਾਮ 'ਚ ਜਾ ਰਹੇ ਸੀ। ਮਾਤਾ ਦੇ ਕੋਈ ਦਿਨ ਸੀ ਖਾਸ ਉਹਨਾਂ ਦਾ, ਜੀ ਜੀ। ਆਸ਼ੀਰਵਾਦ ਲੈਣ ਜਾ ਰਹੇ ਸੀ। ਤੇ ਉਹ ਮੈਨੂੰ ਯਾਦ ਰਹਿੰਦਾ ਹੀ ਇਹੋ ਕਿ ਅਗਰ ਅਸੀਂ ਉਸ ਵੇਲੇ ਕਿਸੇ ਨੂੰ ਦੋਸ਼ ਦਈਏ, ਕਿਸੇ ਨੂੰ ਨਾਰਾਜ਼ ਹੋ ਕੇ ਕਹੀਏ ਕੁਝ, ਤੇ ਫਾਇਦਾ ਕੀ ਹੋਏਗਾ? ਕੁਝ ਵੀ ਕੋਈ ਨਹੀਂ। ਫਾਇਦਾ ਨਹੀਂ ਹੋਏਗਾ। ਤੇ ਉਸ ਵੇਲੇ ਕੀ ਸੋਚੀਦਾ ਹੀ, ਹੁਣ ਇਹ ਸਾਨੂੰ ਟਾਈਮ ਮਿਲ ਗਿਆ, ਆਹਿਸਤਾ ਚੱਲ ਰਹੇ ਆ, ਯਾਦ 'ਚ ਆਪਣੇ ਮਨ ਨੂੰ ਲਗਾ ਲਓ, ਸ਼ਿਵ ਬਾਬਾ ਨੂੰ ਯਾਦ ਕਰੋ। ਜਦੋਂ ਤੁਸੀਂ ਆਪਣੀ ਆਂਤਰਿਕ ਯਾਦ ਦੀ ਯਾਤਰਾ 'ਚ ਰਹਿਣਗੇ ਹੋ, ਤੇ ਤੁਹਾਡੀ ਸੱਚੀ ਕਮਾਈ ਹੋ ਰਹੀ ਹੈ। ਹਾਂ। ਤੇ ਜਦੋਂ ਕਮਾਈ ਹੁੰਦੀ ਹੈ ਤਾਂ ਫਿਰ ਤੇ ਕੋਈ ਨਾਰਾਜ਼ਗੀ ਨਹੀਂ ਹੁੰਦੀ। ਜੀ ਜੀ। ਤੇ ਇਹ ਥੋੜਾ ਇਹਨਾਂ ਗੱਲਾਂ ਦਾ ਧਿਆਨ ਰੱਖੀਦਾ ਹੀ। ਵੈਸੇ ਮੈਂ ਇਹ ਨਹੀਂ ਕਹਿੰਦਾ ਕਿ ਸਦਾ ਹੀ ਕੋਈ ਕਿਤੇ ਜਾਣਾ ਹੋਏ ਤਾਂ ਦੇਰ ਨਾਲ ਹੀ ਪਹੁੰਚਣਾ ਹੀ, ਇਹ ਵੀ ਠੀਕ ਨਹੀਂ ਹੈ। ਕੋਸ਼ਿਸ਼ ਤੇ ਇਹ ਚਾਹੀਦੀ ਹੈ ਕਿ ਜੋ ਸਾਡਾ ਕੋਈ ਮੀਟਿੰਗ ਹੈ ਜਾਂ ਕੁਝ ਵੀ ਹੈ, ਉਹਦਾ ਟਾਈਮ ਫਿਕਸ ਕੀਤਾ ਹੋਇਆ। ਹੁਣ ਜਿਸ ਤਰ੍ਹਾਂ ਟ੍ਰੇਨ ਆਉਂਦੀ ਹੈ, ਟ੍ਰੇਨ ਦਾ ਟਾਈਮ ਫਿਕਸ ਹੁੰਦਾ ਜੀ। ਤੇ 5 ਮਿੰਟ ਪਹਿਲੇ ਹੀ ਪਹੁੰਚਣਾ ਜ਼ਰੂਰੀ ਹੈ, ਤਾਂ ਕਿ ਪਤਾ ਰਹੇ ਸਾਡਾ ਡੱਬਾ ਕਿੱਥੇ ਆਏਗਾ, ਉੱਥੇ ਜਾ ਕੇ ਖੜੇ ਹੋਈਏ। ਨਹੀਂ ਤੇ ਟ੍ਰੇਨ ਆਏਗੀ, ਅੱਜ ਕੱਲ੍ਹ ਟ੍ਰੇਨ ਵੀ ਫਾਸਟ ਚੱਲਦੀਆਂ ਹੀ, 2 ਮਿੰਟ ਵਾਸਤੇ ਖੜੀ ਹੋਏਗੀ ਔਰ ਚੱਲ ਦੇਗੀ, ਤੁਸੀਂ ਉੱਥੇ ਖੜੇ ਰਹਿ ਜਾਣਗੇ। ਤੇ ਆਪਣਾ ਇੱਕ ਟਾਈਮ ਮੈਨੇਜਮੈਂਟ ਇੱਕ ਇਹੋ ਜਿਹੀ ਆਵਸ਼ਕਤਾ ਹੈ ਹਰ ਇੱਕ ਦੇ ਜੀਵਨ 'ਚ। ਉਹ ਬੜਾ ਧਿਆਨ ਰੱਖਣਾ ਪੈਂਦਾ ਹੈ। ਔਰ ਖਾਸ ਕਰ ਪੜ੍ਹੇ ਲਿਖੇ ਲੋਕ ਜਿਹੜੇ ਹੈ, ਸਮਝਦਾਰ ਪੜ੍ਹੇ ਲਿਖੇ, ਔਰ ਜੋ ਆਪਣੇ ਕਾਰੋਬਾਰ ਨੂੰ ਵੀ ਸੰਭਾਲਣਾ ਹੀ, ਸਾਰੀਆਂ ਗੱਲਾਂ ਨੂੰ ਵਿਵਸਥਿਤ ਢੰਗ ਨਾਲ ਚਲਾਉਣਾ ਹੀ, ਤੇ ਉਹਨਾਂ ਨੂੰ ਆਪਣੇ ਟਾਈਮ ਦੀ ਬੜੀ ਵੈਲਿਊ ਚਾਹੀਦੀ ਹੈ। ਸਮੇਂ 'ਤੇ ਪਹੁੰਚਣਾ, ਸਮੇਂ 'ਤੇ ਕਾਰੋਬਾਰ ਕਰਨੀ, ਔਰ ਸਮੇਂ 'ਤੇ ਸਮਾਪਤੀ ਕਰਨੀ ਹੈ। ਬਿਲਕੁਲ। ਜਿਸ ਤਰ੍ਹਾਂ ਇਹ ਤੁਸੀਂ ਹੁਣ ਰਿਕਾਰਡਿੰਗ ਕਰਦੇ ਹੋ, ਉਹ ਮੇਰੇ ਸਾਹਮਣੇ ਰੱਖ ਦਿੰਦੇ ਹੋ ਟਾਈਮ ਦਾ, ਉਹ ਵੀ 25-26 ਮਿੰਟ ਹੋ ਗਏ, ਬਸ ਹੁਣ ਬੰਦ ਕਰਨਾ ਹੀ। ਜੀ। ਇਸ 'ਚ ਇੱਕ ਮੈਂ ਤੁਹਾਡਾ ਥੋੜ੍ਹਾ ਜਿਹਾ ਮੋੜ ਤੋੜ ਕਰਦੀ ਕਿ ਤੁਸੀਂ ਕਾਰਨ ਵੀ ਦੱਸਿਆ, ਨਿਵਾਰਨ ਵੀ ਦੱਸਿਆ। ਇੱਕ ਗੱਲ ਇਹ ਹੁੰਦੀ ਕਿ ਪਰਿਵਾਰ 'ਚ ਇੱਕ ਜਿਹੜਾ ਪੁੱਤਰ ਹੈ ਉਹ ਕਿੱਥੇ ਬਾਹਰ ਗਿਆ ਅਤੇ ਉਹਦੀ ਮਾਤਾ ਘਰ 'ਚ ਇੰਤਜ਼ਾਰ ਕਰਿਆ ਕਰਦੀ, ਉਹ ਲੇਟ ਪਹੁੰਚਿਆ, ਉਹਨਾਂ ਦੇ ਸੰਕਲਪ 'ਚ ਨੈਗੇਟਿਵ ਚੱਲਿਆ ਕਰਦਾ। ਉਹ ਨੈਗੇਟਿਵ ਚੱਲਦੇ ਤਾਂ ਬਾਬਾ ਬੋਲਦੇ ਨੈਗੇਟਿਵ ਨਹੀਂ ਸੋਚਣਾ, ਨੈਗੇਟਿਵ ਸੋਚ ਕੇ ਤਾਂ ਉੱਦਾਂ ਹੀ ਹੋ ਜਾਂਦਾ। ਉਸ ਸਮੇਂ ਕੀ ਕਰਨਾ ਚਾਹੀਦਾ ਸਾਨੂੰ? ਉਸ ਵੇਲੇ ਤੁਸੀਂ ਇਹਦਾ ਜਵਾਬ ਤਾਂ ਖੁਦ ਹੀ ਦੇ ਦਿੱਤਾ ਜੀ ਕਿ ਨੈਗੇਟਿਵ ਨਹੀਂ ਸੋਚਣਾ। ਤੇ ਉਸ ਵੇਲੇ ਸ਼ਿਵ ਬਾਬਾ ਦੀ ਯਾਦ 'ਚ ਮਨ ਲਗਾ ਕਰਕੇ ਅੱਛੇ ਵਾਈਬ੍ਰੇਸ਼ਨ ਭੇਜੋ ਕਿ ਬੱਚਾ ਕਿਤੇ ਵੀ ਹੋਏ, ਕੈਸੇ ਵੀ, ਬਿਲਕੁਲ ਸੁੱਖ ਸਲਾਮਤੀ ਨਾਲ ਘਰ ਪਹੁੰਚੇ, ਬਸ। ਔਰ ਉਹ ਪਹੁੰਚੇਗਾ ਉਹਨਾਂ ਨੂੰ। ਜੇ ਨੈਗੇਟਿਵ ਸੋਚਿਆ ਤੇ ਉਹ ਨੈਗੇਟਿਵ ਉਹਨਾਂ ਨੂੰ ਕਿਤੇ ਨਾ ਕਿਤੇ ਰੁਕਾਵਟ ਜ਼ਰੂਰ ਡਾਲੇਗਾ। ਮਤਲਬ ਪਾਵਰਫੁਲ ਦੇਖਿਆ ਜਾਏ ਤਾਂ ਸਾਡੇ ਸੋਚ, ਵਾਈਬ੍ਰੇਸ਼ਨ ਜਿਹੜੀ ਹੈ ਸਾਡੇ ਸੋਚਣ ਦੇ ਫਲਸਰੂਪ ਉਹ ਬਹੁਤ ਕੰਮ ਕਰਦੀ ਹੈ। ਉਹ ਤੁਸੀਂ ਪਤਾ ਨਹੀਂ ਉਹ ਫਿਲਮ ਦੇਖੀ ਜਾਂ ਨਹੀਂ ਦੇਖੀ, ਦ ਸੀਕ੍ਰੇਟ। ਦ ਸੀਕ੍ਰੇਟ ਫਿਲਮ ਹੈ ਇੱਕ ਕਿਤਾਬ ਲਿਖੀ ਹੈ ਕਿਸੇ ਨੇ, ਔਰ ਉਸ ਤੋਂ ਬਾਅਦ ਉਹ
ਬੜੀ ਅੱਛੀ ਫਿਲਮ ਵੀ ਬਣਾਈ ਆ। ਉਹਦੇ 'ਚ ਸਾਰਾ ਐਮਫੇਸਿਸ ਇੱਕ ਹੀ ਗੱਲ 'ਤੇ ਹੈ ਕਿ ਪੋਜ਼ਿਟਿਵ ਥਾਟ ਚਾਹੀਦਾ, ਸ਼ੁਭ ਸੋਚਣਾ, ਸ਼ੁਭ ਸੋਚੋ, ਸ਼ੁੱਧ ਸੋਚੋ, ਸ਼ਕਤੀਸ਼ਾਲੀ ਸੋਚੋ। ਅਗਰ ਤੁਸੀਂ ਪਹਿਲੇ ਨੈਗੇਟਿਵ ਸੋਚਿਆ ਜੀ ਔਰ ਫਿਰ ਉਹਨੂੰ ਠੀਕ ਕਰਨ ਵਾਸਤੇ ਪੋਜ਼ਿਟਿਵ ਸੋਚਣਾ ਸ਼ੁਰੂ ਕੀਤਾ, ਤਾਂ ਉਹਦੇ ਵਿੱਚ ਤੁਹਾਡਾ ਜਿਹੜਾ ਕਾਫੀ ਟਾਈਮ ਪਹਿਲੇ ਜਿਹੜਾ ਨੈਗੇਟਿਵ ਸੋਚਿਆ ਉਹਨੂੰ ਪੋਜ਼ਿਟਿਵ ਬਣਾਉਣ 'ਚ ਚੱਲ ਜਾਂਦਾ ਹੈ। ਅੱਛਾ। ਇਸ ਕਰਕੇ ਕਈ ਸੋਚਦੇ ਅਸੀਂ ਤੇ ਬਹੁਤ ਬਾਬੇ ਨੂੰ ਯਾਦ ਕੀਤਾ ਫਿਰ ਵੀ ਇਸ ਤਰ੍ਹਾਂ ਹੋ ਗਿਆ, ਪਰ ਪਹਿਲੇ ਤੁਸੀਂ ਨੈਗੇਟਿਵ ਜਿਹੜਾ ਸੋਚਿਆ ਉਹਨੂੰ ਪਹਿਲੇ ਤੇ ਨਿਗੇਟ ਕਰਨਾ ਪੈਂਦਾ ਨਾ, ਰਿਮੂਵ ਕਰਨਾ ਪੈਂਦਾ, ਫਿਰ ਪੋਜ਼ਿਟਿਵ ਦਾ ਅਸਰ ਹੋਏਗਾ। मतलब कोई भी कार्य, कोई भी व्यवहार, कोई भी संबंध, संपर्क, कुछ भी हो, परिस्थिति हो, ਬਸ ਇਸ ਕਰਕੇ ਮੈਂ ਆਪਣਾ ਤੁਹਾਨੂੰ ਦੱਸਿਆ ਵੀ, ਪਹਿਲੇ ਵੀ ਦੱਸਿਆ ਜੀ ਕਿ ਜਦੋਂ ਅਸੀਂ ਆਪਣੇ ਰੂਮ ਤੋਂ ਬਾਹਰ ਨਿਕਲਣ ਲੱਗਦੇ ਹਾਂ ਤੇ ਬਾਬਾ ਦੀ ਤਰਫ, ਉਹਨਾਂ ਦੇ ਫੋਟੋ ਦੀ ਤਰਫ ਦੇਖਦੇ ਹਾਂ ਔਰ ਮਨ ਹੀ ਮਨ 'ਚ ਬਾਬਾ ਨੂੰ ਕਹਿੰਦੇ ਹਾਂ, ਬਾਬਾ ਹੁਣ ਇਸ ਕੰਮ ਵਾਸਤੇ ਅਸੀਂ ਚੱਲ ਰਹੇ ਹਾਂ, ਤੁਸੀਂ ਸਾਡੇ ਨਾਲ ਨਾਲ ਰਹਿਣਾ ਬਸ। ਇਹ ਪੋਜ਼ਿਟਿਵ ਥਾਟ ਲੈ ਕਰਕੇ ਵੀ ਸਾਡੇ ਨਾਲ ਕੌਣ, ਬਾਪ ਦਾਦਾ ਸਰਵ ਸ਼ਕਤੀਵਾਨ ਸਾਡੇ ਨਾਲ ਹੈ, ਤੇ ਸਫਲਤਾ ਸਾਡਾ ਜਨਮ ਸਿੱਧ ਅਧਿਕਾਰ ਹੈ। ਤੇ ਫਿਰ ਹਰ ਚੀਜ਼ ਆਪਣੇ ਟਾਈਮ 'ਤੇ ਜੋ ਨਿਸ਼ਚਿਤ ਹੈ ਉਹਦੇ 'ਤੇ ਹੋ ਰਹੀ ਹੈ। ਬਹੁਤ ਔਰ ਇਹ ਅਸੀਂ ਪ੍ਰੈਕਟੀਕਲ ਲਾਈਫ 'ਚ ਬਹੁਤ ਅਨੁਭਵ ਕੋਈ ਇੱਕ ਕੀਤਾ। ਐਡਾ ਜਿਹਾ ਐਕਸਪੀਰੀਅੰਸ ਜੇ ਤੁਸੀਂ ਸੁਣਾ ਸਕਦੇ ਕਿਉਂਕਿ ਤੁਹਾਡੇ ਐਕਸਪੀਰੀਅੰਸ ਕੁਝ ਅਨੁਭਵ ਕੁਝ ਬਹੁਤ ਹੀ ਅੱਛੇ ਮਤਲਬ ਮੈਂ ਆਪਣੀ ਜਿਹੜੀ ਸਾਡੀ ਟਰੈਵਲਿੰਗ ਦੀ ਕਾਫੀ ਲਾਈਫ ਰਹੀ ਹੈ ਸੇਵਾ ਵਾਸਤੇ, ਈਸ਼ਵਰੀ ਸੇਵਾ ਵਾਸਤੇ, ਜੀ ਤਾਂ ਉਹਦੇ 'ਚ ਦੇਖਿਆ ਹੀ ਕਿ ਬਈ ਟ੍ਰੇਨ ਦਾ ਜਿਸ ਤਰ੍ਹਾਂ ਹੈ ਤੇ ਬਿਲਕੁਲ ਠੀਕ ਟਾਈਮ 'ਤੇ ਪਹੁੰਚ ਗਏ ਔਰ ਸਾਨੂੰ ਕੋਈ ਤਕਲੀਫ ਨਹੀਂ ਹੋਈ। ਲੇਕਿਨ ਕਦੀ ਕਦੀ ਇੱਦਾਂ ਵੀ ਹੋਇਆ, ਅਮਰੀਕਾ ਦੀ ਗੱਲ ਹੈ, ਨਿਊਯਾਰਕ ਦੀ, ਟ੍ਰੇਨ 'ਚ ਕਿਤੇ ਜਾ ਰਹੇ ਸੀ ਤੇ ਆਪਣਾ ਬਰੀਫ ਕੇਸ ਉੱਪਰ ਰੱਖਿਆ ਹੋਇਆ ਸੀ, ਅੱਛਾ ਜਿਹਦੇ ਵਿੱਚ ਮੇਰਾ ਪਾਸਪੋਰਟ ਇਹ ਉਹ ਸਭ ਸੀ। ਔਰ ਉੱਥੇ ਜਿਹੜੀ ਟ੍ਰੇਨ ਚੱਲਦੀ ਹੈ ਸਟੇਸ਼ਨ 'ਤੇ ਬਹੁਤ ਥੋੜ੍ਹਾ ਟਾਈਮ ਰੁਕਦੀ ਹੈ ਤੇ ਜਲਦੀ 'ਚ ਉਤਰੋ ਬਰੀਫ ਕੇਸ ਭੁੱਲ ਗਿਆ ਟ੍ਰੇਨ ਚ ਹੀ ਰਹੇਗਾ। ਤੇ ਫਿਰ ਸੋਚ ਚੱਲਦਾ ਹੀ ਨਾ, ਮੇਰਾ ਪਾਸਪੋਰਟ ਵੀ ਉਹਦੇ 'ਚ ਹੈ ਔਰ ਹੋਰ ਕਾਗਜ਼ ਵੀ ਉਹਦੇ 'ਚ ਹੈਗੇ ਆ। ਲੇਕਿਨ ਇਹ ਪੋਜ਼ਿਟਿਵ ਥਾਟ ਰੱਖਿਆ ਕਿ ਨਹੀਂ, ਮੇਰਾ ਬਰੀਫ ਕੇਸ ਮੈਨੂੰ ਅਵਸ਼ ਮਿਲੇਗਾ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਔਰ ਉਹ ਫਿਰ ਜੋ ਅਥਾਰਟੀਜ਼ ਹੁੰਦੀਆਂ ਉਹਨਾਂ ਦੇ ਧਿਆਨ 'ਚ ਦਿੱਤਾ ਤੇ ਵਾਪਸੀ 'ਚੋਂ ਟ੍ਰੇਨ ਉਹ ਜਿੱਥੇ ਸੀ ਬਰੀਫ ਕੇਸ ਉੱਥੇ ਹੀ ਪਿਆ ਹੋਇਆ, ਉਹ ਮਿਲ ਗਿਆ। ਇੱਕ ਇਹ ਮਿਸਾਲ ਹੈ। ਹੁਣ ਇਹਦੇ ਹਿਸਾਬ ਨਾਲ ਇੱਕ ਦੂਸਰਾ ਮਿਸਾਲ ਹੈ। ਜੀ ਜੀ ਆਸਟ੍ਰੇਲੀਆ 'ਚ ਅਸੀਂ ਮੈਲਬੌਰਨ ਤੋਂ ਸਿਡਨੀ ਜਾਣਾ ਸੀ ਜੀ ਔਰ ਉੱਥੇ ਪਲੇਨ ਦਾ ਟਾਈਮ ਫਿਕਸਡ ਹੈਗਾ ਸੀ। ਸੈਂਟਰ ਤੋਂ ਨਿਕਲਦੇ ਸਮੇਂ ਬੜਾ ਲੇਟ ਹੋ ਗਏ ਸੀ ਤੇ ਜੋ ਸਾਡਾ ਸਿਸਟਮ ਹੈ ਬਈ ਬਾਬਾ ਦੇ ਕਮਰੇ 'ਚ ਜਾਈਏ,
याद बाबा ਨੂੰ साथ ਲੈ करके फिर चलिए तो सफलता होएगी, कोई रुकावट नहीं आएगी। तो वो क्लास च गल करदे करदे देर हो गई और उस वेले जो साडे नाल सी साथी वो कहन लगे हुण कोई गल नहीं, तुसी रस्ते च शिव बाबा ਨੂੰ याद कर लेना ना। बाबा दे कमरे च नहीं गए, प्रैक्टिकल देखिया। ਜਦੋਂ ਅਸੀਂ ਉੱਥੋਂ ਚਲੇ ਤੇ ਪਹਿਲਾ ਤਾਂ ਇਹ ਅਨੁਭਵ ਹੋਇਆ ਕਿ ਉਹ ਕਾਰ 'ਚ ਜਿਹੜੀ ਕਾਰ 'ਚ ਅਸੀਂ ਜਾ ਰਹੇ ਸੀ ਉਹਦਾ ਪੈਟਰੋਲ ਦਾ ਮੀਟਰ ਨਹੀਂ ਚੱਲ ਰਿਹਾ ਸੀ ਔਰ ਅੱਧੇ ਰਸਤੇ 'ਚ ਜਾ ਕਰਕੇ ਪੈਟਰੋਲ ਖਤਮ ਹੋ ਗਿਆ। ਫਿਰ ਉਤਰ ਕੇ ਦੂਸਰੀ ਕਾਰ 'ਚ ਬੈਠੇ और फिर एयरपोर्ट पे पहुँचे। एयरपोर्ट पे पहुँचे और प्लेन च बैठे जा कर के बैठे आ ਉਹਦਾ ਨਾਂ ਹੀ ਨਹੀਂ ਉੜਨ ਦਾ। 1 ਘੰਟਾ ਬੀਤ ਗਿਆ ਤੇ ਸਾਨੂੰ ਸਮਾਚਾਰ ਮਿਲਿਆ ਕਿ ਬਈ ਪਲੇਨ 'ਚ ਕੁਛ ਟੈਕਨੀਕਲ ਪ੍ਰੋਬਲਮ ਆ ਗਈ ਹੈ ਤੇ ਤੁਸੀਂ ਦੂਸਰੇ ਪਲੇਨ 'ਚ ਬੈਠੋ। ਉਸ ਤੋਂ ਬਾਅਦ ਉਹ ਪਲੇਨ ਚੇਂਜ ਕੀਤਾ ਔਰ ਫਿਰ ਅਸੀਂ ਸਿਡਨੀ 1 ਘੰਟਾ ਲੇਟ ਪਹੁੰਚੇ। ਰਿਸੀਵ ਕਰਨ ਵਾਲੇ ਭਾਈ ਭੈਣ ਸਿਡਨੀ 'ਤੇ ਏਅਰਪੋਰਟ 'ਤੇ ਇੰਤਜ਼ਾਰ ਕਰਦੇ ਕਰਦੇ ਜਦੋਂ ਸਾਹਮਣੇ ਮਿਲੇ ਫਿਰ ਤੇ ਬੜੇ ਖੁਸ਼ ਹੋ ਜਾਂਦੇ ਨਾ ਵੀ ਆ ਗਏ। ਲੇਕਿਨ ਇੱਕ ਸੂਖਸ਼ਮ ਹੈਗੀਆਂ ਇਹ ਗੱਲਾਂ। ਕੋਈ ਕਹੇਗਾ ਜੀ ਜਿਹੜਾ ਵਿਸ਼ਵਾਸ ਕਰਦਾ ਉਹਦੇ ਵਾਸਤੇ ਹੈ, ਪਰ ਇਹ ਪ੍ਰੈਕਟੀਕਲ ਦੇਖਿਆ ਹੀ ਕਿ ਸਾਨੂੰ ਜਿਹੜੀ ਇੱਕ ਸ਼ੁਰੂ ਤੋਂ ਲੈ ਕੇ ਪ੍ਰੈਕਟੀਕਲ ਆਦਤ ਇੱਕ ਇਹੋ ਜਿਹੀ ਪਈ ਵੀ ਜਦੋਂ ਕਦੇ ਜਾਣਾ ਹੀ ਬਾਹਰ ਤੇ ਪਹਿਲੇ ਬਾਬਾ ਦੇ ਕਮਰੇ 'ਚ ਜਾਓ, ਬਾਬਾ ਕੋਲੋਂ ਆਸ਼ੀਰਵਾਦ ਵੀ ਲਓ ਔਰ ਬਾਬਾ ਨੂੰ ਸਾਥ ਲੈ ਕੇ ਚਲੋ। ਉਹ ਬਹੁਤ ਸਾਨੂੰ ਇੱਕ ਸੈਲਫ ਕਨਫੀਡੈਂਸ ਦਿੰਦੀ ਹੈ ਕਿ ਅਸੀਂ ਸਕਸੈਸਫੁਲ ਹੋਵਾਂਗੇ ਆਪਣੇ ਕਾਰੋਬਾਰ 'ਚ। ਔਰ ਉਹੀ ਅਗਰ ਅਸੀਂ ਆਪਣੀ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਤੇ ਉਹਦੇ ਬਾਅਦ ਫਿਰ ਕੋਈ ਨਾ ਕੋਈ ਗੱਲ ਉੱਪਰ ਨੀਚੇ ਹੁੰਦੀ ਹੈ ਔਰ ਫਿਰ ਸੋਚਦੇ ਇਹ ਕੀ ਹੋ ਗਿਆ, ਇਸ ਤਰ੍ਹਾਂ ਕਿਉਂ ਹੋ ਗਿਆ। ਲੇਕਿਨ ਗਿਆਨ ਦੇ ਮਾਧਿਅਮ 'ਚ ਇੱਦਾਂ ਬੋਲਦੇ ਕਿ ਇਹ ਡਰਾਮਾ ਹੈ, ਇਹ ਹੋਣਾ ਹੀ ਥਾ। ਉਸ ਵੇਲੇ ਕੀ ਕਰੋਗੇ ਫਿਰ? ਨਹੀਂ, ਡਰਾਮਾ ਤੇ ਹੈ, ਪਰ ਡਰਾਮਾ 'ਚ ਕੌਜ਼ ਐਂਡ ਇਫੈਕਟ ਇਹਦੇ ਹਿਸਾਬ ਨਾਲ ਡਰਾਮਾ ਹੀ ਨਾ। ਤੁਸੀਂ ਅਗਰ ਆਪਣੇ ਐਟੀਚਿਊਡ ਨੂੰ ਇਤਨਾ ਪੋਜ਼ਿਟਿਵ ਬਣਾ ਕੇ ਸਦਾ ਰੱਖਦੇ ਹੋ, ਉਹਦੀ ਪ੍ਰੈਕਟੀਕਲ ਰਿਜ਼ਲਟ ਤੁਹਾਨੂੰ ਮਿਲੇਗੀ। ਇੱਕ ਪਹਿਲੇ ਵੀ ਸ਼ਾਇਦ ਕਦੀ ਮਿਸਾਲ ਤੁਹਾਨੂੰ ਸੁਣਾਈ ਸੀ, ਮੈਂ ਔਰ ਡਾਕਟਰ ਪ੍ਰਤਾਪ ਬਾਈ ਆਪਣੇ ਗਲੋਬਲ ਹਸਪੀਟਲ ਦੇ ਡਾਇਰੈਕਟਰ, ਅਸੀਂ ਦੋਨੋਂ ਵਿਦੇਸ਼ ਯਾਤਰਾ 'ਤੇ ਅਮਰੀਕਾ ਗਏ ਸੀ ਔਰ ਨਿਊਯਾਰਕ ਜਦੋਂ ਅਸੀਂ ਪਹੁੰਚੇ ਤੇ ਉਹ ਸਵੇਰ ਦਾ ਟਾਈਮ ਸੀ, ਮਤਲਬ ਸਵੇਰੇ 4-5 ਵਜੇ ਦਾ। ਇਤਨਾ ਰਸ਼, ਕਈ ਪਲੇਨ ਉਸ ਕਰਕੇ ਆਏ ਸੀ ਉਸ ਵੇਲੇ ਨਿਊਯਾਰਕ 'ਚ ਔਰ ਬੜਾ ਹੀ ਰਸ਼, ਇੱਧਰ ਉੱਧਰ ਜਿੱਧਰ ਦੇਖੋ ਕਈ ਦੇਸ਼ਾਂ ਤੋਂ ਆਏ ਸੀ। ਬਾਕੀ ਅਸੀਂ ਆਪਣਾ ਜੈਸੇ ਸਿੰਪਲ ਡਰੈਸ, ਸਫੇਦ ਡਰੈਸ, ਸਫੇਦ ਸਵੈਟਰ, ਸ਼ਾਲ ਪਹਿਨੀ ਹੋਈ। तो ਸਿਕਿਉਰਿਟੀ ਅਫਸਰ ਉੱਥੇ ਆ ਕਰਕੇ ਲੋਕਾਂ ਨੂੰ ਕੋਈ ਇੱਧਰ ਭੇਜ ਰਹੇ, ਕੋਈ ਉੱਧਰ ਭੇਜ ਰਹੇ। ਅਸੀਂ ਬਾਬਾ ਦੀ ਯਾਦ 'ਚ ਬਈ ਠੀਕ ਹੈ, ਜਦੋਂ ਸਾਨੂੰ ਜਿੱਧਰ ਜਾਣਾ ਹੋਏਗਾ ਚੱਲ ਜਾਵਾਂਗੇ। ਉਹ ਖਾਸ ਆਏ ਸਾਡੇ ਕੋਲ
आ करके कहने लगे, गुड मॉर्निंग सर, प्लीज़ कम विद मी, जी मेरे नाल आ जाओ, देर आर सम लेडीज वेटिंग आउटसाइड द एयरपोर्ट विद बिग बुकेज फॉर यू, अच्छा ਗੁਲਦਸਤੇ ਲੈ ਕੇ खड़े ਖੜੀਆਂ हुए ਤੇ ਤੁਸੀਂ ਸਾਨੂੰ ਨਿਊਯਾਰਕ 'ਚ 에ਅਰਪੋਰਟ 'ਚ ਬਾਹਰ ਨਿਕਲਣ ਵਾਸਤੇ ਮੁਸ਼ਕਿਲ ਨਾਲ 10 ਮਿੰਟ ਲੱਗੇ। ਨਾ ਸਾਡਾ ਕੋਈ ਸਮਾਨ ਇੱਧਰ ਉੱਧਰ ਹੋਇਆ, ਨਾ ਹੋਰ ਕੁਝ ਹੋਇਆ। ਗ੍ਰੀਨ ਲਾਈਨ ਹੁੰਦੀ ਆ, ਬਸ ਬਾਹਰ ਨਿਕਲੇ ਔਰ ਅੱਗੇ ਸਾਨੂੰ ਭੈਣਾਂ ਮਿਲ ਗਈਆਂ ਗੁਲਦਸਤੇ ਲੈ ਕੇ ਖੜੀ ਹੋਈ, ਐਂਡ ਦੇ ਵਰ ਸੋ ਹੈਪੀ, ਇਤਨਾ ਜਲਦੀ ਬਾਹਰ ਆ ਗਏ। ਤੇ ਇਹ ਬਾਬੇ ਦੀ ਮਿਹਰ ਹੈ, ਉਹਨੂੰ ਅਸੀਂ ਕਦੀ ਨਾ ਭੁੱਲੀਏ। जी बहुत अच्छा एक्सपीरियंस ਤੁਸੀਂ ਸੁਣਾਉਂਦੇ, ਅੱਛਾ ਮਨ ਕਰਦਾ ਕਿ ਸੁਣਦੇ ਰਹੋ ਸੁਣਦੇ ਰਹੋ। ਪ੍ਰਸ਼ਨ ਤਾਂ ਪੁੱਛਣੇ ਦਾ ਮਨ ਹੀ ਨਹੀਂ ਕਰਦਾ ਕਿ ਪ੍ਰਸ਼ਨ ਵੀ ਪੁੱਛੀਏ। ਜੀ ਭਾਜੀ, ਇਹ ਤੇ ਰਿਲੇਟਡ ਇੱਕ ਪ੍ਰਸ਼ਨ ਇਹ ਹੈ ਕਿ ਸਾਡੇ ਜੀਵਨ ਦਾ ਲਕष्य क्या है फिर? लक्ष्मी नारायण बनना, सतयुग प्राप्त करना, या फिर ब्राह्मण जीवन च बस ये 4 सब्जेक्ट? ਸਾਡੇ ਜੀਵਨ ਦਾ ਲਕਸ਼ ਤੇ ਇਹ ਹੈ, ਹੁਣ ਲਕਸ਼ ਤੈਅ ਹੋ ਗਿਆ, ਪਹਿਲੇ ਨਹੀਂ ਸੀ ਇਤਨਾ। ਪਹਿਲੇ ਤਾਂ ਸਾਨੂੰ ਗਿਆਨ ਹੀ ਨਹੀਂ ਸੀ, ਤੇ ਗਿਆਨ ਜਦੋਂ ਮਿਲਿਆ ਹੀ ਸਮਝ ਮਿਲੀ ਕਿ ਅਗਰ ਅਸੀਂ ਸਤਕਰਮ ਕਰਾਂਗੇ, ਸ੍ਰੇਸ਼ਟ ਕਰਮ ਕਰਾਂਗੇ, ਤਾਂ ਸਾਨੂੰ ਸ੍ਰੇਸ਼ਟ ਪਦ ਦੀ ਪ੍ਰਾਪਤੀ ਹੋਏਗੀ, ਆਟੋਮੈਟਿਕਲੀ ਹੋਏਗੀ। ਉਹਦੇ ਵਾਸਤੇ ਅਸੀਂ ਕੋਈ ਮਿਹਨਤ ਨਹੀਂ ਕਰਨੀ, ਹੋਰ ਯੋਗਿਅਤਾ ਚਾਹੀਦੀ ਹੈ। ਉਹ ਯੋਗਿਅਤਾ ਯਾਦ ਕਰਨੀ ਚ, ਔਰ ਉਹ ਯੋਗਿਅਤਾ ਤੁਸੀਂ ਹੁਣ ਜਿਹੜਾ ਕਹਿ ਰਹੇ ਸੀ, 4 ਸਬਜੈਕਟ ਜਿਹੜੇ ਆ, ਗਿਆਨ, ਯੋਗ, ਦੈਵੀ ਗੁਣਾਂ ਦੀ ਧਾਰਨਾ ਔਰ ਸੇਵਾ, ਉਹਨਾਂ ਦਾ 4 ਸਬਜੈਕਟ 'ਚ ਅਸੀਂ ਨਿਪੁੰਨ ਵੀ ਹੋਈਏ, ਅੱਛੇ ਯਾਨੀ ਹਰ ਤਰ੍ਹਾਂ, ਔਰ ਬੈਲੈਂਸ ਵੀ ਰਹੇ। ਇਹਦੇ 'ਚ ਪੁਰਸ਼ਾਰਥ ਕਰਨ 'ਚ 1-2 ਗੱਲਾਂ ਸਾਹਮਣੇ ਆਈਆਂ ਹੀ। ਯੰਗ ਲੋਕ ਜਿਹੜੇ ਖਾਸ ਕਰ ਯੂਥ ਏਜ 'ਚ, ਉਹਨਾਂ ਨੂੰ ਸੇਵਾ ਦਾ ਬੜਾ ਸ਼ੌਕ ਰਹਿੰਦਾ ਹੈ ਜੀ, ਡੇ ਐਂਡ ਨਾਈਟ ਸੇਵਾ 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 ਬਸ। ਤੇ ਉਹਦੇ 'ਚ ਕੀ ਹੁੰਦਾ ਜੀ, ਸੋ ਸੇਵਾ ਭੁੱਲ ਜਾਂਦੇ ਆ, ਆਪਣੀ ਸੇਵਾ ਨਹੀਂ ਕਰਦੇ। ਜਿਹੜਾ ਸਵੇਰੇ ਅੰਮ੍ਰਿਤ ਵੇਲੇ ਦਾ ਟਾਈਮ ਹੈ, ਉਹ ਕਿਉਂਕਿ ਸੇਵਾ 'ਚ ਦਿਨ ਰਾਤ ਲੱਗੇ ਰਹਿਣਗੇ, ਕੋਈ ਐਗਜ਼ੀਬਿਸ਼ਨ ਕਰਨੀ, ਮੇਲਾ ਕਰਨਾ, ਕੁਝ ਹੋਰ ਕਰਨਾ, ਤੇ ਉਹ ਮਿਸ ਕਰ ਜਾਣਗੇ। ਅੰਮ੍ਰਿਤ ਵੇਲਾ ਨਹੀਂ ਹੋਏਗਾ, ਮੁਰਲੀ ਨਹੀਂ ਸੁਣਨਗੇ, ਤੇ ਆਤਮਾ ਦੀ ਆਪਣੀ ਜਿਹੜੀ ਸਟੇਜ ਬਣਨੀ ਚਾਹੀਦੀ ਹੈ, ਆਪਣੀ ਜਿਹੜੀ ਆਤਮਾ 'ਚ ਜਿਹੜੀ ਸ਼ਕਤੀ ਭਰਨੀ ਚਾਹੀਦੀ ਹੈ, ਉਹ ਤਾਂ ਭਰੀ ਨਹੀਂ। ਔਰ ਤੁਸੀਂ ਸੇਵਾ 'ਚ ਲੱਗੇ ਰਹੋ, ਤਾਂ ਫਿਰ ਕੀ ਹੁੰਦਾ ਜੀ, ਕਾਰ 'ਚ ਪੈਟਰੋਲ ਪਾਇਆ ਨਹੀਂ ਔਰ ਕਾਰ ਨੂੰ ਚਲਾਉਂਦੇ ਰਹੋ, ਤੇ ਕਿਤੇ ਜਾ ਕਰਕੇ ਪੈਟਰੋਲ ਤੇ ਖ਼ਤਮ ਹੋ ਜਾਏਗਾ ਨਾ, ਫਿਰ ਖੜੀ ਹੋ ਜਾਏਗੀ। ਤੇ ਉਹ ਦੇਖਿਆ ਹੀ ਕਿ ਕਈ ਸਾਡੇ ਭਾਈ ਭੈਣ ਬਹੁਤ ਅੱਛੀ ਸੇਵਾ ਕਰਦੇ, ਬੜੀ ਦਿਲ ਨਾਲ, ਆਪਣਾ ਆਰਾਮ ਨਹੀਂ ਸੋਚਣਗੇ, ਖਾਣ ਪਾਣ ਵੀ ਨਹੀਂ ਸੋਚਣਗੇ, ਦਿਨ ਹੋਏ ਰਾਤ ਹੋਏ ਬਸ ਉਹਦੇ 'ਚ ਲੱਗੇ ਰਹਿਣਗੇ। ਲੇਕਿਨ ਅੰਮ੍ਰਿਤ ਵੇਲਾ ਮਿਸ ਕਰਨਗੇ, ਸਵੇਰ ਦੀ ਮੁਰਲੀ ਮਿਸ ਕਰਨਗੇ, ਔਰ ਫਿਰ ਉਹਦਾ ਇਫੈਕਟ ਧਾਰਨਾ ਦੇ ਉੱਪਰ ਵੀ ਆਉਂਦਾ ਹੀ। ਜਿਸ ਤਰ੍ਹਾਂ ਤੁਸੀਂ ਰਿਜ਼ਰਵਡ ਕੁਝ ਪੈਸੇ ਜਮ੍ਹਾਂ ਕਰ ਲਓ ਬੈਂਕ 'ਚ, ਔਰ ਰੋਜ਼ ਕੱਢਦੇ ਰਹੋ, ਉਹਦੇ 'ਚ ਜਮ੍ਹਾਂ ਹੋਰ ਕਰੋ ਹੀ ਨਹੀਂ, ਕੀ ਹੋਏਗਾ ਫਿਰ? ਇੱਕ ਦਿਨ ਖਾਲੀ ਹੋ ਜਾਏਗਾ। ਤੇ ਇਹ ਥੋੜ੍ਹਾ ਜਿਹਾ
ਬੈਲੈਂਸ ਆਪਣੇ ਜੀਵਨ 'ਚ ਰੱਖਣਾ, that is the master key for happy life. ਚਾਰੇ ਸਬਜੈਕਟ ਦਾ ਬੈਲੈਂਸ ਵੀ ਚਾਹੀਦਾ ਹੈ। ਔਰ ਇਸ ਤਰ੍ਹਾਂ ਪ੍ਰੈਕਟੀਕਲ ਲਾਈਫ 'ਚ ਕਈ ਗੱਲਾਂ ਸਿੱਖਣ ਵਾਸਤੇ ਮਿਲਦੀਆਂ ਹੀ। ਦੈਵੀ ਗੁਣਾਂ ਦੀ ਧਾਰਨਾ ਕਰਕੇ ਜਿਤਨਾ ਅਸੀਂ ਨਮਰਤਾ ਨਾਲ ਕੰਮ ਕਰਾਂਗੇ ਔਰ ਦਿਲ ਨਾਲ ਗੱਲ ਕਰਾਂਗੇ, ਕਿਸੇ ਨਾਲ ਪਿਆਰ ਨਾਲ ਗੱਲ ਕਰਾਂਗੇ, ਤੇ ਬੜਾ ਇੱਕ ਈਸ਼ਵਰੀ ਜੀਵਨ ਦਾ ਸੁੱਖ ਕੀ ਹੈ ਉਹਦਾ ਆਨੰਦ ਆਏਗਾ। ਨਹੀਂ ਤੇ ਜਿਸ ਤਰ੍ਹਾਂ ਕਹਿੰਦੇ ਨਾ, ਉਹ ਥੋਥਾ ਚਨਾ ਬਾਜੇ ਘਣਾ, ਤਾਂ ਉਹ ਗੱਲ ਹੋ ਜਾਂਦੀ ਹੈ। ਜੀ ਭਾਜੀ, ਬਹੁਤ ਅੱਛਾ ਲੱਗਿਆ ਤੁਹਾਡਾ ਐਕਸਪੀਰੀਅੰਸ ਸੁਣ ਕੇ ਵੀ, ਤੇ ਨਾਲੇ ਜਿਹੜਾ ਤੁਸੀਂ ਸਾਡੇ ਪ੍ਰਸ਼ਨਾਂ ਦਾ ਹੱਲ ਦਿੰਦੇ ਉਹ ਵੀ ਬਹੁਤ ਅੱਛਾ ਲੱਗਦਾ। ਪਰ ਸਮਾਂ ਹੁਣ ਸਾਨੂੰ ਇਜਾਜ਼ਤ ਨਹੀਂ ਦਿੰਦਾ। ਅਗਲੀ ਕੜੀ 'ਚ ਫਿਰ ਤੁਹਾਡੇ ਕੋਲੋਂ ਅਸੀਂ ਆਪਣੇ ਪ੍ਰਸ਼ਨ ਲੈ ਕੇ ਆਉਂਗੇ, ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੇ ਪ੍ਰਸ਼ਨਾਂ ਦਾ ਹੱਲ ਦਿਓਗੇ। ਠੀਕ ਹੈ, ਮੇਰਾ ਇਮਤਿਹਾਨ ਹੁੰਦਾ ਰਹਿੰਦਾ ਹੀ। ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੈਨੂੰ ਤੁਸੀਂ ਸਵਾਲ ਕਰਦੇ ਹੋ ਔਰ ਮੈਂ ਆਪਣੇ ਅਨੁਭਵਾਂ ਨੂੰ ਵਿਅਕਤ ਕਰਦਾ ਹੀ, ਤੇ ਰਿਫਰੈਸ਼ ਹੋ ਜਾਂਦਾ ਹੀ, ਮੈਂ ਖੁਦ ਹੀ ਰਿਫਰੈਸ਼ ਹੋ ਜਾਂਦਾ ਹੀ। ਤੇ ਮੈਂ ਸਮਝਦਾ ਹਾਂ ਸਾਡੇ ਸੁਣਨ ਵਾਲੇ ਜੋ ਵੀ ਭਾਈ ਭੈਣ ਹੈਗੇ ਆ, ਉਹਨਾਂ ਨੂੰ ਵੀ ਅੱਛਾ ਲੱਗਦਾ ਹੋਏਗਾ। ਜੀ, ਤੁਹਾਡਾ ਸਤਿਗੁਰੂ ਕਰਤਾ ਪ੍ਰਸ਼ਨ, ਬਹੁਤ ਜੀ, ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।